गुड मॉर्निंग स्टूडेंट्स। ਅੱਜ ਆਪਾਂ ਕਰਨ ਜਾ ਰਹੇ ਹਾਂ ਐਕਟੀਵਿਟੀ। ਇਸ ਦਾ ਨਾਮ ਹੈ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ 'ਤੇ ਹੋਣ ਵਾਲੀ ਕਿਰਿਆ ਦਾ ਅਧਿਐਨ ਕਰਨਾ। ਇਸ ਦਾ ਲੋੜੀਂਦਾ ਸਮਾਨ ਹੈ ਮੈਗਨੀਸ਼ੀਅਮ ਰਿਬਨ, ਚਿਮਟਾ, ਸਪਿਰਿਟ ਲੈਂਪ ਜਾਂ ਬਰਨਰ, ਵਾਚ ਗਲਾਸ, ਪਾਣੀ ਅਤੇ ਪੀਐਚ ਪੇਪਰ। ਐਕਟੀਵਿਟੀ ਕਰਨ ਤੋਂ ਪਹਿਲਾਂ ਮੈਗਨੀਸ਼ੀਅਮ ਦੇ ਬਾਰੇ ਆਪਾਂ ਜਾਣ ਲੈਂਦੇ ਹਾਂ ਕਿ ਮੈਗਨੀਸ਼ੀਅਮ ਇੱਕ ਧਾਤ ਹੈ। ਇਹ ਠੋਸ ਅਵਸਥਾ ਵਿੱਚ ਪਾਈ ਜਾਂਦੀ ਹੈ ਅਤੇ ਚਮਕਦਾਰ ਹੁੰਦੀ ਹੈ। ਇਸ ਦਾ ਐਟੋਮਿਕ ਨੰਬਰ ਹੁੰਦਾ ਹੈ 12। ਜਦੋਂ ਵੀ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਜਾਂਦਾ ਹੈ, ਇਹ ਹਵਾ ਵਿੱਚ ਮੌਜੂਦ ਆਕਸੀਜਨ ਗੈਸ ਨਾਲ ਕਿਰਿਆ ਕਰਦੀ ਹੈ। ਹਮੇਸ਼ਾ ਵੀ ਜਦੋਂ ਵੀ ਕੋਈ ਇਸ ਚੀਜ਼ ਨੂੰ ਜਲਾਇਆ ਜਾਂਦਾ ਹੈ, ਹਮੇਸ਼ਾ ਹੀ ਉਹ ਆਕਸੀਜਨ ਗੈਸ ਨਾਲ ਕਿਰਿਆ ਕਰਦਾ ਹੈ। ਇਸ ਦਾ ਇੱਕ ਐਗਜ਼ਾਮਪਲ ਹੈ, ਤੁਸੀਂ ਡੇਲੀ ਲਾਈਫ ਦੇ ਵਿੱਚ ਆਸਾਨੀ ਨਾਲ ਆਪਣੇ ਘਰ 'ਚ ਕਰ ਸਕਦੇ ਆ। ਇੱਕ ਮੋਮਬੱਤੀ ਜਲਾਉਣੀ ਹੈ, ਉਹਨੂੰ ਉੱਪਰੋਂ ਦੀ ਢੱਕ ਦੇਣਾ ਹੈ। ਜਦੋਂ ਤੱਕ ਤੇ ਤੁਸੀਂ ਉਹਨੂੰ ਢੱਕੋਗੇ ਨਹੀਂ, ਤਦ ਤੱਕ ਉਹ ਜਲਦੀ ਰਹੇਗੀ। ਜਦੋਂ ਤੁਸੀਂ ਉਹਨੂੰ ਉੱਪਰੋਂ ਦੀ ਕਿਸੇ ਗਲਾਸ ਨਾਲ ਢੱਕ ਦਿਓਗੇ ਤਾਂ ਮੋਮਬੱਤੀ ਜਲਣਾ ਬੰਦ ਹੋ ਜਾਏਗੀ, ਕਿਉਂਕਿ ਉਹਨੂੰ ਆਕਸੀਜਨ ਗੈਸ ਨਹੀਂ ਮਿਲ ਰਹੀ ਹੁੰਦੀ ਹੈ। ਇਸ ਲਈ ਆਕਸੀਜਨ ਗੈਸ ਬਹੁਤ ਜ਼ਰੂਰੀ ਹੈ। ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਕੋਈ ਵੀ ਚੀਜ਼ ਜਿਹੜੀ ਉਹ ਜਲ ਸਕਦੀ ਹੈ। ਮੈਗਨੀਸ਼ੀਅਮ ਦਾ ਸੂਤਰ ਹੁੰਦਾ ਆ Mg, ਮੈਗਨੀਸ਼ੀਅਮ ਆਕਸਾਈਡ ਦਾ ਸੂਤਰ ਹੈ MgO ਅਤੇ ਸਮੀਕਰਨ ਤੁਸੀਂ ਲਿਖ ਸਕਦੇ ਜੇ 2Mg + O2 ਤੋਂ ਕੀ ਬਣ ਰਿਹਾ ਹੈ 2MgO। ਇਹ ਸਮੀਕਰਨ ਬੱਚੋਂ ਬਹੁਤ ਇੰਪੋਰਟੈਂਟ ਹੈ, ਤੁਸੀਂ ਯਾਦ ਕਰਨਾ ਹੈ ਕਿ ਮੈਗਨੀਸ਼ੀਅਮ ਜਿਹੜੀ ਧਾਤ ਹੈਗੀ ਹੈ ਉਹ ਆਕਸੀਜਨ ਦੇ ਨਾਲ ਕਿਰਿਆ ਕਰਕੇ MgO ਬਣਾਉਂਦੀ ਪਈ ਹੈ। ਇਸ ਦੇ ਵਿੱਚ ਪਹਿਲੇ ਨੰਬਰ 'ਤੇ ਦੇਖੋ ਅਭਿਕਾਰਕ ਲਿਖਿਆ ਹੈ। ਅਭਿਕਾਰਕ ਕਿਹੜੇ ਨੇ? ਮੈਗਨੀਸ਼ੀਅਮ ਅਤੇ ਆਕਸੀਜਨ। ਉਤਪਾਦ ਹੈਗਾ ਹੈ ਮੈਗਨੀਸ਼ੀਅਮ ਆਕਸਾਈਡ। ਜਿਹੜੀ ਚੀਜ਼ ਆਪਾਂ ਸ਼ੁਰੂ 'ਚ ਲੈਂਦੇ ਹਾਂ, ਜਿਵੇਂ ਮੈਗਨੀਸ਼ੀਅਮ ਆਕਸੀਜਨ ਆਪਾਂ ਲਏ ਨੇ, ਉਹਨਾਂ ਨੂੰ ਕਿਹਾ ਜਾਂਦਾ ਅਭਿਕਾਰਕ। ਹੋਰ ਜਿਹੜੀ ਚੀਜ਼ ਨਵੀਂ ਬਣ ਰਹੀ ਹੈ ਉਸ ਨੂੰ ਕਿਹਾ ਜਾਂਦਾ ਆ ਉਤਪਾਦ। ਜਿਹੜੇ ਅਭਿਕਾਰਕ ਹੁੰਦੇ ਹਨ ਉਹ ਤੁਸੀਂ ਦੇਖਦੇ ਪਏ ਹੈਗੇ ਆ ਕਿ ਖੱਬੇ ਹੱਥ ਲਿਖੇ ਹੋਏ ਨੇ, ਲੈਫਟ ਹੈਂਡ ਸਾਈਡ ਲਿਖੇ ਨੇ, ਅਤੇ ਸੱਜੇ ਹੱਥ ਜਿਹੜਾ ਹੁੰਦਾ ਆ ਹਮੇਸ਼ਾ ਉਤਪਾਦ ਲਿਖਿਆ ਹੁੰਦਾ ਆ। ਤੁਸੀਂ ਇਹ ਐਰੋ ਦੇਖ ਲੈਣਾ ਹੈਗਾ ਕਿ ਐਰੋ ਦੀ ਜਿਹੜਾ ਤੀਰ ਕਮਾਨ ਬਣਿਆ ਹੋਇਆ ਹੈ, ਇਸ ਐਰੋ ਦਾ ਜਿਹੜਾ ਸਿਰਾ ਹੈਗਾ ਵੇ ਉਹ ਤੁਸੀਂ ਜਿਹੜੀ ਤਰਫ ਕਰੋਗੇ ਉਹ ਕੀ ਬਣ ਜਾਏਗਾ? ਉਹਦਾ ਉਤਪਾਦ ਬਣ ਜਾਏਗਾ। ਠੀਕ ਹੈ। ਹੁਣ ਤੁਸੀਂ ਦੇਖਦੇ ਪਏ ਕਿ ਮੈਗਨੀਸ਼ੀਅਮ ਆਕਸਾਈਡ ਦਾ ਜਿਹੜਾ ਰੰਗ ਹੁੰਦਾ ਆ ਉਹ ਸਫੇਦ ਜਾਂ ਚਿੱਟਾ ਹੁੰਦਾ ਹੈ। ਇਹ ਇੱਕ ਪ੍ਰਕਾਰ ਦੀ ਸੰਯੋਜਨ ਅਤੇ ਤਾਪ ਨਿਕਾਸੀ ਕਿਰਿਆ ਹੈ। ਸੰਯੋਜਨ ਕਿਰਿਆ ਇਸ ਲਈ ਹੈ ਕਿਉਂਕਿ ਆਪਾਂ ਮੈਗਨੀਸ਼ੀਅਮ ਲਿੱਤਾ ਔਰ ਦੂਸਰੇ ਨੰਬਰ 'ਤੇ ਆਪਾਂ ਆਕਸੀਜਨ ਲਿਆਏ, ਅਤੇ ਇਹ ਇੱਕ ਪ੍ਰਕਾਰ ਦੀ ਸੰਯੋਜਨ ਕਿਰਿਆ ਹੈ। ਦੋ ਚੀਜ਼ਾਂ ਤੋਂ ਮਿਲ ਕੇ ਜਿਹੜੀ ਹੈ ਉਹ ਇੱਕ ਨਵੀਂ ਜਿਹੜੀ ਚੀਜ਼ ਹੈਗੀ ਹੈ ਉਹ ਇੱਕ ਨਵਾਂ ਕੈਮੀਕਲ ਜਿਹੜਾ ਹੈਗਾ ਆ ਉਹ ਬਣਨ ਦਿਆ ਆ। ਇਹ ਇੱਕ ਪ੍ਰਕਾਰ ਦੀ ਤਾਪ ਨਿਕਾਸੀ ਕਿਰਿਆ ਹੈ, ਮਤਲਬ ਕਿ ਇਹਦੇ 'ਚੋਂ ਹੀਟ ਐਨਰਜੀ ਨਿਕਲਦੀ ਹੈ। ਤਾਪ ਗਰਮ ਜਿਹੜੀ ਹੈਗੀ ਹੈ ਹੀਟਿੰਗ ਇਫੈਕਟ ਹੁੰਦਾ ਆ ਅਤੇ ਤਾਪ ਨਿਕਲਦਾ ਹੈ। ਮੈਗਨੀਸ਼ੀਅਮ ਰਿਬਨ ਨੂੰ ਜਲਾਉਣ 'ਤੇ ਆਪਾਂ ਕੀ ਵੇਖਦੇ ਹਾਂ ਕਿ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ 'ਤੇ ਅੱਖਾਂ ਨੂੰ ਚੰਧਿਆਉਣ ਵਾਲੀ ਰੌਸ਼ਨੀ ਪੈਦਾ ਹੁੰਦੀ ਹੈ। ਇਹ ਸਫੇਦ ਰੰਗ ਦੀ ਬਹੁਤ ਹੀ ਜ਼ਿਆਦਾ ਤੇਜ਼ ਰੌਸ਼ਨੀ ਹੁੰਦੀ ਹੈ। ਇਸ ਨੂੰ ਆਪਾਂ ਨੂੰ ਸਿੱਧਾ ਨਹੀਂ ਦੇਖਣਾ ਚਾਹੀਦਾ। ਇਸ ਰੌਸ਼ਨੀ ਨੂੰ ਇਹ ਅੱਖਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ, ਅਤੇ ਇਸ ਪ੍ਰੈਕਟੀਕਲ ਨੂੰ ਕਰਨ ਲੱਗਿਆ ਤੁਸੀਂ ਬਹੁਤ ਹੀ ਸਾਵਧਾਨੀ ਦੇ ਨਾਲ ਇਹ ਪ੍ਰੈਕਟੀਕਲ ਕਰਨਾ ਹੈ। ਅਤੇ ਇੱਕ ਸਫੇਦ ਰੰਗ ਦਾ ਪਾਊਡਰ ਵੀ ਬਣਦਾ ਹੈਗਾ ਆ, ਸਫੇਦ ਰੰਗ ਦੀ ਰਾਖ ਬਣਦੀ ਹੈਗੀ ਜਿਸ ਨੂੰ ਆਪਾਂ ਮੈਗਨੀਸ਼ੀਅਮ ਆਕਸਾਈਡ MgO ਕਹਿੰਦੇ ਹਾਂ। ਹੁਣ ਆਪਾਂ ਇਸ ਦੇ ਸੁਭਾਅ ਦੀ ਗੱਲ ਕਰਦੇ ਹਾਂ, ਅਤੇ ਜਿਹੜਾ ਮੈਗਨੀਸ਼ੀਅਮ ਆਕਸਾਈਡ ਦਾ ਸੁਭਾਅ ਹੁੰਦਾ ਆ ਉਹ ਇਹ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ। ਜਿਹੜੀ ਵੀ ਚੀਜ਼ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੀ ਹੈ ਉਹ ਖਾਰੀ ਹੁੰਦੀ ਹੈ, ਅਤੇ ਜਿਹੜਾ ਕੋਈ ਕੈਮੀਕਲ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈਗਾ ਆ ਉਸ ਦਾ ਸੁਭਾਅ ਉਹ ਤੇਜ਼ਾਬੀ ਹੁੰਦਾ ਹੈ। ਅਤੇ ਹੁਣ ਤੁਸੀਂ ਇੱਥੇ ਕੀ ਦੇਖਦੇ ਪਏ ਆ ਕਿ ਜਿਹੜਾ ਮੈਗਨੀਸ਼ੀਅਮ ਆਕਸਾਈਡ ਹੈਗਾ ਆ ਉਹ ਲਾਲ ਲਿਟਮਸ ਨੂੰ ਨੀਲਾ ਕਰ ਰਿਹਾ। ਇਸ ਦਾ ਮਤਲਬ ਹੈ ਕਿ ਉਸ ਦਾ ਸੁਭਾਅ ਕੀ ਹੋਏਗਾ? ਖਾਰੀ ਹੋਏਗਾ। ਹੁਣ ਤੁਸੀਂ ਜਦੋਂ ਲੈਬ ਦੇ ਵਿੱਚ ਜਾਂਦੇ ਆ, ਤੁਸੀਂ ਅਗਰ ਇੱਕਦਮ ਮੈਗਨੀਸ਼ੀਅਮ ਰਿਬਨ ਨੂੰ ਜਲਾਓਗੇ ਤਾਂ ਉਹ ਨਹੀਂ ਚੱਲੇਗਾ, ਕਿਉਂਕਿ ਤੁਹਾਨੂੰ ਪਹਿਲਾਂ ਮੈਗਨੀਸ਼ੀਅਮ ਰਿਬਨ ਨੂੰ ਰਗੜਨਾ ਪਏਗਾ, ਉਸ ਨੂੰ ਸਾਫ਼ ਕਰਨਾ ਪਏਗਾ, ਫਿਰ ਹੀ ਜਿਹੜਾ ਮੈਗਨੀਸ਼ੀਅਮ ਰਿਬਨ ਨੂੰ ਤੁਸੀਂ ਜਲਾ ਸਕਦੇ ਆ। ਅਗਰ ਆਪਾਂ ਬਗੈਰ ਉਹਨੂੰ ਸਾਫ਼ ਕੀਤੇ ਚਲਾਉਂਦੇ ਹਾਂ ਤਾਂ ਉਹ ਨਹੀਂ ਚੱਲਦਾ, ਕਿਉਂਕਿ ਉਸ ਦੇ ਉੱਪਰ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਜੰਮ ਜਾਂਦੀ ਹੈ। ਬਰਨਿੰਗ ਆਫ ਮੈਗਨੀਸ਼ੀਅਮ ਰਿਬਨ। Material required: magnesium ribbon, pair of tongs, burner, watch glass, water, pH paper
and sand. Bright white light is produced on burning magnesium ribbon and white ash is formed. White ash, the nature of white ash is it is basic in nature because it turns red litmus to blue. Reaction type, it is a type of combination reaction and exothermic is in nature. Combination reaction because two reactants react to form a single product. Magnesium ribbon is cleaned before burning because there is a layer of magnesium oxide on magnesium ribbon which does not allow magnesium to react further with oxygen. ਡੀਅਰ ਸਟੂਡੈਂਟਸ, ਹੁਣ ਇੰਗਲਿਸ਼ ਮੀਡੀਅਮ ਵਾਲੇ ਬੱਚੇ ਇੰਗਲਿਸ਼ ਮੀਡੀਅਮ ਵਿੱਚ ਲਿਖ ਲੈਣਗੇ ਅਤੇ ਪੰਜਾਬੀ ਮੀਡੀਅਮ ਵਾਲੇ ਜਿਹੜੇ ਸਟੂਡੈਂਟਸ ਹੈਗੇ ਨੇ ਉਹ ਪੰਜਾਬੀ ਮੀਡੀਅਮ ਦੇ ਵਿੱਚ ਲਿਖ ਲੈਣਗੇ। ਤੁਸੀਂ ਇਹ ਡਾਇਗਰਾਮ ਵੀ ਆਪਣੀ ਨੋਟਬੁੱਕ 'ਤੇ ਡਰਾ ਕਰਨਾ ਹੈਗਾ ਆ, ਜਿਹਦੇ 'ਚ ਕਿ ਸ਼ੋ ਹੁੰਦਾ ਪਿਆ ਹੈ ਇੱਥੇ ਕਿ ਆਪਾਂ ਮੈਗਨੀਸ਼ੀਅਮ ਰਿਬਨ ਨੂੰ ਸਿੱਧਾ ਹੱਥ ਨਾਲ ਨਹੀਂ ਫੜਨਾ ਹੈਗਾ ਆ। ਇਸ ਵਿੱਚ ਤੁਸੀਂ ਇਸ ਤਰ੍ਹਾਂ ਕਰਕੇ ਚਿਮਟਾ ਲਿਆ ਹੋਇਆ ਆ, ਠੀਕ ਹੈ, ਅਤੇ ਇਸ ਦੇ ਨਾਲ ਤੁਸੀਂ ਪਕੜਨਾ ਹੈਗਾ ਮੈਗਨੀਸ਼ੀਅਮ ਰਿਬਨ ਨੂੰ ਅਤੇ ਬਰਨਰ ਦੀ ਹੈਲਪ ਦੇ ਨਾਲ, ਕਿਉਂਕਿ ਆਪਾਂ ਨੂੰ ਹੀਟ ਚਾਹੀਦੀ ਹੈ, ਆਪਾਂ ਇਹਨੂੰ ਜਲਾਉਣਾ ਹੈਗਾ ਆ, ਠੀਕ ਹੈ, ਅਤੇ ਬਰਨਰ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਜਲਾਉਂਦੇ ਹਾਂ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ। ਅਤੇ ਇਹ ਰਿਐਕਸ਼ਨ ਜਿਹੜੀ ਹੈ ਇਹ ਹੁੰਦੀ ਹੈ ਅਤੇ ਸਾਨੂੰ ਇਹਦੇ ਵਿੱਚ ਚਾਈਨਾ ਡਿਸ਼ ਦੇ ਵਿੱਚ ਸਾਨੂੰ ਇੱਥੇ ਮੈਗਨੀਸ਼ੀਅਮ ਆਕਸਾਈਡ ਮਿਲ ਜਾਂਦਾ, ਵਾਈਟ ਕਲਰ ਦੀ ਜਿਹੜੀ ਆਪਾਂ ਨੂੰ ਮੈਗਨੀਸ਼ੀਅਮ ਆਕਸਾਈਡ ਮਿਲ ਜਾਂਦੀ। ਇਹ ਰਿਐਕਸ਼ਨ ਤੁਸੀਂ ਆਪਣੀ ਨੋਟਬੁੱਕ 'ਤੇ ਲਿਖ ਲੈਣੀ ਹੈ। ਥੈਂਕ ਯੂ।